ਸਭ ਤੋਂ ਪਹਿਲਾਂ ਪਿਆਰ ਭਰੀ ਸਤਿ ਸ੍ਰੀ ਅਕਾਲ। ਐਸਜੀਪੀਸੀ ਵਾਂਗ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਜਿਹੜੀਆਂ ਕਿ ਪਹਿਲੀ ਵਾਰ ਹੋ ਰਹੀਆਂ ਨੇ, ਉਹ ਲਮਕ ਅਵਸਥਾ ਪੈ ਸਕਦੀਆਂ ਨੇ। ਭਾਵੇਂ ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕਰ ਦਿੱਤਾ ਗਿਆ ਹੈ, ਪਰੰਤੂ ਹਰਿਆਣਾ ਦੇ ਸਿੱਖਾਂ ਦੇ ਵਿੱਚ ਇੱਕ ਖਦਸ਼ਾ ਹੈ ਕਿ ਜਿਹੜੀ ਹਰਿਆਣਾ ਸਰਕਾਰ ਹੈ ਉਹ ਹਾਲੇ ਗੁਰਦੁਆਰਾ ਚੋਣਾਂ ਸੰਬੰਧੀ ਹਰੀ ਝੰਡੀ ਦੇਣ ਵਾਲੀ ਨਹੀਂ। ਉਂਝ ਗੁਰਦੁਆਰਾ ਚੋਣ ਕਮਿਸ਼ਨਰ ਵੱਲੋਂ ਜਿਹੜੀਆਂ ਵੋਟਾਂ ਹਰਿਆਣੇ ਦੇ ਵਿੱਚ ਸਿੱਖ ਵੋਟਾਂ ਦਰਜ ਹੋ ਰਹੀਆਂ ਸਨ ਸੂਚੀਬੱਧ, ਉਹਨਾਂ ਦੇ ਵਿੱਚ 15 ਦਿਨ ਦਾ ਹੋਰ ਵਾਧਾ ਕਰ ਦਿੱਤਾ ਗਿਆ। ਇਸ ਤੋਂ ਪਹਿਲਾਂ ਇਹ ਵੋਟਿੰਗ ਪ੍ਰਕਿਰਿਆ ਦਾ ਕੰਮ 30 ਸਤੰਬਰ ਤੱਕ ਸੀ। ਇਸ ਸਮੁੱਚੇ ਮਾਮਲੇ ਉੱਤੇ ਗੱਲਬਾਤ ਕਰਾਂਗੇ। ਚਰਚਾ ਲਈ ਸਾਡੇ ਨਾਲ ਜੁੜੇ ਨੇ ਉੱਘੇ ਲੇਖਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ। ਸੋ ਸਭ ਤੋਂ ਪਹਿਲਾਂ ਡਾਕਟਰ ਸਾਹਿਬ, ਤੁਹਾਡਾ ਨਿੱਘਾ ਵੈਲਕਮ, ਸਵਾਗਤ। ਬਹੁਤ ਬਹੁਤ ਸ਼ੁਕਰੀਆ ਭਿੰਡਰ ਸਾਹਿਬ। ਡਾਕਟਰ ਸਾਹਿਬ, ਐਸਜੀਪੀਸੀ ਦੀਆਂ ਚੋਣਾਂ ਹੋਇਆਂ ਲੰਮਾ ਸਮਾਂ ਹੋ ਗਿਆ ਤੇ ਬੜੇ ਲੰਮੇ ਸਮੇਂ ਤੋਂ ਸਿੱਖ ਸੰਗਤਾਂ ਵੱਲੋਂ ਇਹ ਚੋਣਾਂ ਦੀ ਪ੍ਰਕਿਰਿਆ ਨਿਰੰਤਰ ਰੱਖਣ ਦੀ ਆਵਾਜ਼ ਉਠਾਈ ਜਾ ਰਹੀ ਹੈ, ਪਰੰਤੂ ਹਾਲਾਤ ਸੁਖਾਵੇਂ ਨਹੀਂ ਬਣ ਰਹੇ ਤੇ ਜਿਹੜੀਆਂ 2011 ਮਗਰੋਂ ਜਿਹੜੀਆਂ ਆਮ ਚੋਣਾਂ ਨੇ ਉਹ ਦੁਬਾਰਾ ਨਹੀਂ ਹੋ ਸਕੀਆਂ। ਇਸੇ ਤਰ੍ਹਾਂ ਹੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਸੰਬੰਧੀ ਪਿਛਲੇ ਸਮੇਂ ਇੱਕ ਇਦਾਂ ਦੀ ਦਸਤਕ ਸਾਹਮਣੇ ਆਈ ਕਿ ਹਰਿਆਣਾ ਸਰਕਾਰ ਸ਼ਾਇਦ ਚੋਣਾਂ ਜਲਦੀ ਕਰਵਾਉਣ ਦੇ ਰੌਂਅ ਦੇ ਵਿੱਚ ਹੈ। ਹਰਿਆਣਾ ਸਰਕਾਰ ਵੱਲੋਂ ਗੁਰਦੁਆਰਾ ਚੋਣ ਕਮਿਸ਼ਨਰ ਨਿਯੁਕਤ ਕੀਤਾ ਗਿਆ। ਪੰਚਕੂਲਾ ਦੇ ਵਿੱਚ ਬਕਾਇਦਾ ਗੁਰਦੁਆਰਾ ਚੋਣ ਦਫ਼ਤਰ ਉਹ ਰਨਿੰਗ ਹੋਇਆ, ਸਰਗਰਮ ਹੋਇਆ ਤੇ ਫਿਰ ਇਸ ਤੋਂ ਬਾਅਦ ਵੋਟਰ ਸੂਚੀਆਂ, ਵੋਟਰਾਂ ਦੀ ਜਿਹੜੀ ਹੈ ਸੂਚੀ ਉਹ ਬਣਾਉਣ ਲਈ ਇੱਕ ਕਵਾਇਦ ਤੇਜ਼ ਕੀਤੀ ਗਈ ਤੇ 30 ਸਤੰਬਰ ਤੱਕ ਇਹ ਸਮਾਂ ਦਿੱਤਾ ਗਿਆ ਸੀ, ਪਰੰਤੂ 30 ਸਤੰਬਰ ਹੁਣ ਗੁਜ਼ਰ ਗਈ ਹੈ ਤੇ ਹਰਿਆਣਾ ਜਿਹੜਾ ਗੁਰਦੁਆਰਾ ਚੋਣ ਕਮਿਸ਼ਨਰ ਉਸ ਵੱਲੋਂ ਜਿਹੜਾ ਅਗਲਾ ਫੈਸਲਾ ਲਿਆ ਹੈ ਕਿ ਜਿਹੜੀਆਂ ਵੋਟਾਂ ਦੀ ਪ੍ਰਕਿਰਿਆ 2 ਹਫ਼ਤੇ ਲਈ ਹੋਰ ਅੱਗੇ ਵਧਾਈ ਜਾਂਦੀ ਹੈ। ਕਹਿਣ ਦਾ ਭਾਵ ਕਿ 15 ਦਿਨ ਲਈ ਇਹ ਤਰੀਕ ਦੇ ਵਿੱਚ ਹੋਰ ਵਾਧਾ ਕੀਤਾ ਗਿਆ। ਡਾਕਟਰ ਸਾਹਿਬ, ਤੁਸੀਂ ਕਿਵੇਂ ਸਮਝਦੇ ਹੋ, ਜਿਵੇਂ ਹਰਿਆਣਾ ਦੇ ਸਿੱਖਾਂ ਦੇ ਵਿੱਚ ਇੱਕ ਭਰਮ ਹੈ ਕਿ ਹਰਿਆਣਾ ਸਰਕਾਰ ਇਹਨਾਂ ਵੋਟਾਂ ਨੂੰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ, ਕਿਉਂਕਿ ਲੋਕ ਸਭਾ ਦੇ ਚੋਣਾਂ ਤੋਂ ਬਾਅਦ ਹੀ ਤੁਰੰਤ ਬਾਅਦ ਹੀ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਨੇ ਤੇ ਹਰਿਆਣਾ ਸਰਕਾਰ ਇਹਨਾਂ ਚੋਣਾਂ ਨੂੰ ਦੋਨਾਂ ਚੋਣਾਂ ਤੋਂ ਬਾਅਦ ਕਰਵਾਏਗੀ, ਇਹ ਇੱਕ ਸ਼ੰਕਾ ਹੈ। ਤੇ ਜਿਵੇਂ ਹੁਣ 15 ਦਿਨ ਦਾ ਵੋਟਿੰਗ ਪ੍ਰਕਿਰਿਆ ਦਾ ਬਣਾਉਣ ਦਾ ਜਿਹੜਾ ਕਾਰਜ ਹੈ ਉਹ ਵੀ ਅੱਗੇ ਪਾ ਦਿੱਤਾ ਗਿਆ। ਸਾਰੇ ਮਾਮਲੇ ਨੂੰ ਤੁਸੀਂ ਡਾਕਟਰ ਸਾਹਿਬ ਕਿਵੇਂ ਦੇਖਦੇ ਹੋ ਤੇ ਕਿਵੇਂ ਪੇਸ਼ ਕਰ ਰਹੇ ਹੋ ਜੀ ਡਾਕਟਰ ਸਾਹਿਬ? ਭਿੰਡਰ ਸਾਹਿਬ, ਜਿਸ ਤਰ੍ਹਾਂ ਕਿ ਵੋਟ ਪ੍ਰਣਾਲੀ ਹੈ, ਇਹਦਾ ਇੱਕ ਖਾਸ ਪ੍ਰਕਿਰਿਆ ਹੁੰਦੀ ਹੈ। ਪਹਿਲਾਂ ਵੋਟਰ ਬਣਾਏ ਜਾਂਦੇ ਨੇ, ਉਹਨਾਂ ਤੋਂ ਫਾਰਮ ਭਰਵਾਏ ਜਾਂਦੇ ਨੇ, ਫਿਰ ਇਹ ਵੋਟਰ ਸੂਚੀਆਂ ਤਿਆਰ ਹੋਣਗੀਆਂ, ਫਿਰ ਇਹਨਾਂ ਦੇ ਉੱਪਰ ਇਤਰਾਜ਼ ਮੰਗੇ ਜਾਣਗੇ। ਜੇ ਕੋਈ ਵੋਟਰ ਕੋਈ ਗਲਤ ਹੈ ਤਾਂ ਉਹ ਕੱਟੀਆਂ ਜਾਣਗੀਆਂ। ਫਿਰ ਉਸ ਤੋਂ ਬਾਅਦ ਫਾਈਨਲ ਇਹਦੀ ਪ੍ਰਕਾਸ਼ਨਾ ਹੋਏਗੀ। ਫਿਰ ਉਸ ਤੋਂ ਬਾਅਦ ਅਗਲੀ ਪ੍ਰਕਿਰਿਆ ਚੱਲੇਗੀ। ਇਹਦੇ ਲਈ ਇੱਕ ਖਾਸ ਵਿਧੀ ਵਿਧਾਨ ਹੁੰਦਾ, ਉਹ ਉਹਨਾਂ ਸਮਾਂ ਦੇਣਾ ਪੈਂਦਾ ਹੈ ਘੱਟੋ ਘੱਟ ਕਰਕੇ, ਕਿਉਂਕਿ ਵੋਟਾਂ ਦਰਜ ਨਹੀਂ ਹੋਈਆਂ ਹੋਣਗੀਆਂ ਪੂਰੀਆਂ ਪ੍ਰੋਪਰ, ਕਈ ਜਗ੍ਹਾ ਤੇ ਨਹੀਂ ਪਹੁੰਚਿਆ ਹੋਣਾ, ਇਸ ਕਰਕੇ 2 ਹਫ਼ਤੇ ਦਾ ਸਮਾਂ ਹੋਰ ਦੇਣਾ ਪਿਆ। ਇਹ ਇੱਕ ਪ੍ਰਕਿਰਿਆ ਦਾ ਅੰਗ ਹੈਗਾ, ਜ਼ਰੂਰੀ ਹੈਗਾ, ਕਿਉਂਕਿ ਡੈਮੋਕ੍ਰੈਟਿਕ ਢੰਗ ਦੇ ਨਾਲ ਇਹਦੀ ਚੋਣ ਹੋਣੀ ਹੈ। ਇਸ ਦੇ ਲਈ ਸਾਰੀ ਪ੍ਰਕਿਰਿਆ ਨੂੰ ਫੋਲੋ ਕਰਨ ਦਾ ਜ਼ਰੂਰੀ ਬਣਦਾ ਹੈ ਜੀ ਭਿੰਡਰ ਸਾਹਿਬ। ਇਸ ਤੋਂ ਬਾਅਦ ਜਿਹੜੇ 40 ਉੱਥੇ ਹਲਕੇ ਬਣਾਉਣੇ ਨੇ ਤਾਂ ਉਹਨਾਂ ਦੀ ਬਣਤਰ, ਉਹ ਵਿਉਂਤਬੰਦੀ, ਹਲਕਾਬੰਦੀ, ਉਹ ਵੀ ਇੱਕ ਪ੍ਰੋਸੈਸ ਹੈ ਤੇ ਸ਼ਾਇਦ ਉਸ ਕੰਮ ਦੇ ਵਿੱਚ ਵੀ ਇੱਕ ਵਕਤ ਲੱਗੇਗਾ ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਉਹਦੇ ਲਈ ਸਾਰਾ ਇਹਨਾਂ ਨੇ ਡੀਮਾਰਕੇਸ਼ਨ ਕਰਨੀ ਹੈ, ਹਲਕਾਬੰਦੀ ਕਰਨੀ ਹੈ ਤੇ ਹਲਕਿਆਂ ਦੇ ਵਿੱਚ ਫਿਰ ਵੋਟਰਾਂ ਵੀ ਘੱਟੋ ਘੱਟ ਹਰੇਕ ਹਲਕੇ ਦੇ ਵਿੱਚ ਇਹ ਨਾ ਹੋਵੇ ਵੀ ਕਿਸੇ ਹਲਕੇ ਦੀਆਂ ਬਹੁਤ ਜ਼ਿਆਦਾ ਵੋਟਾਂ ਨੇ, ਕਿਸੇ ਦੇ ਵਿੱਚ ਘੱਟ ਨਹੀਂ। ਇਹ ਵੀ ਸਾਰਾ ਕੁਝ ਧਿਆਨ ਇਹਨਾਂ ਨੇ ਰੱਖਣਾ ਹੁੰਦਾ ਹੈਗਾ, ਜਿਹਦਾ ਕਿ ਜਿਹੜਾ ਕਿ ਇਲੈਕਸ਼ਨ ਕਮਿਸ਼ਨ ਬਣਾਏ ਗਏ ਨੇ ਜਸਟਿਸ ਭੱਲਾ, ਤੇ ਉਹ ਸਾਰਾ ਇਹਦਾ ਧਿਆਨ ਰੱਖ ਕੇ ਫਿਰ ਇਹਦੀ ਜਿਹੜੀ ਹੈਗੀ ਪ੍ਰਕਾਸ਼ਨਾ ਮੁਹਿੰਮ ਹੋਵੇਗੀ। ਸੰਬੰਧਿਤ ਧਿਰਾਂ ਤੋਂ ਇਤਰਾਜ਼ ਵੀ ਮੰਗੇ ਜਾਣਗੇ, ਉਹਨਾਂ ਨੂੰ ਦੱਸਿਆ ਜਾਊਗਾ। ਜਿਹੜੀ ਜਨਤਕ ਦੇ ਨਾਲ ਸਿਸਟਮ ਦੇ ਨਾਲ ਬੁਨਿਆਦੀ ਕਰਾ ਕੇ ਜਾਂ ਅਖਬਾਰਾਂ ਦੇ ਇਸ਼ਤਿਹਾਰ ਦੇ ਕੇ, ਇਹਦਾ ਇੱਕ ਖਾਸ ਪ੍ਰੋਸੈਸ ਤਾਂ ਹੈ, ਉਹ ਰਫ ਤਾਂ ਕਰਨਾ ਪੈਣਾ ਹੈਗਾ। ਬਾਕੀ ਜੇ ਕਰਾਉਣਾ ਚਾਹਵੇ ਸਰਕਾਰ ਕਰਵਾ ਵੀ ਸਕਦੀ ਹੈ, ਜੇਕਰ ਕੋਈ ਇਹਦੇ ਵਿੱਚੋਂ ਫਿਰ ਕਈ ਵਾਰੀ ਇਸ ਤਰ੍ਹਾਂ ਦੇ ਪ੍ਰੋਸੈਸ ਦੇ ਵਿੱਚੋਂ ਕਈ ਲੀਗਲ ਨੁਕਤੇ ਵੀ ਉੱਭਰਦੇ ਰਹਿੰਦੇ ਨੇ, ਕਈ ਇਸ ਤਰ੍ਹਾਂ ਦੀਆਂ ਕਾਨੂੰਨੀ ਦਾਅ ਪੇਚ ਵੀ ਹੁੰਦੇ ਨੇ, ਜਾਂ ਤਾਂ ਕਈ ਵਾਰ ਗਲਤੀਆਂ ਹੋ ਜਾਂਦੀਆਂ ਨੇ, ਜਾਂ ਫਿਰ ਕਈ ਵਾਰ ਕਈ ਧਿਰਾਂ ਨੂੰ ਨਹੀਂ ਸੂਟ ਬੈਠਦਾ, ਉਹ ਇਹਨੂੰ ਅੱਗੇ ਪਾਉਣ ਦੇ ਲਈ ਇਸ ਤਰ੍ਹਾਂ ਦੀ ਕੋਸ਼ਿਸ਼ ਦੇ ਵਿੱਚ ਕਈ ਵਾਰੀ ਕਾਨੂੰਨੀ ਪ੍ਰਕਿਰਿਆ ਦੇ ਚੱਕਰ ਵਿੱਚ ਵੀ ਚੜ੍ਹ ਜਾਂਦਾ। ਤੇ ਇਸ ਕਰਕੇ ਇਹ ਸੰਭਾਵਨਾਵਾਂ ਜਿਹੜੀਆਂ ਦੇ ਪ੍ਰਸ਼ੰਕਾਵਾਂ ਲੱਗ ਰਹੀਆਂ ਨੇ ਵੀ ਇਹ ਪਛੜ ਸਕਦਾ ਹੈ
ਪਾਰਲੀਮੈਂਟ ਦੀਆਂ ਚੋਣਾਂ ਤੇ ਵਿਧਾਨ ਸਭਾ ਦੀਆਂ ਚੋਣਾਂ ਤੋਂ ਬਾਅਦ ਹੀ ਹੋਵੇ। ਇਹ ਸੰਭਾਵਨਾਵਾਂ ਇਸ ਕਰਕੇ ਲੱਗਦੀਆਂ ਹਨ। ਜੀ ਭਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਤੁਸੀਂ ਇਸ ਨੂੰ ਪ੍ਰਸ਼ਾਸਕੀ ਨੁਕਤੇ ਨਿਗਾਹ ਤੋਂ ਇਹ ਗੱਲ ਸਾਹਮਣੇ ਲਿਆਂਦੀ ਹੈ ਕਿ ਚੋਣਾਂ ਲਈ ਇੱਕ ਲੰਮਾ ਪ੍ਰੋਸੈਸ ਹਾਲੇ ਬਾਕੀ ਹੈ, ਬਕਾਇਆ ਪਿਆ, ਜਿਹਦੇ ਵਿੱਚ ਸਮਾਂ ਲੱਗੇਗਾ, ਵਕਤ ਲੱਗੇਗਾ। ਪਰੰਤੂ ਰਾਜਸੀ ਲਿਹਾਜ਼ ਤੋਂ, ਸਿਆਸੀ ਲਿਹਾਜ਼ ਤੋਂ ਹਰਿਆਣੇ ਦੇ ਸਿੱਖਾਂ 'ਚ ਖਾਸਾ ਇਹ ਜ਼ਰੂਰ ਹੈ ਕਿ ਹਰਿਆਣਾ ਸਰਕਾਰ ਦੇ ਵਿੱਚ ਹਾਲੇ ਕਿਤੇ ਨਾ ਕਿਤੇ ਖੋਟ ਹੈ। ਭਾਵੇਂ ਜਸਟਿਸ SS ਭੱਲਾ ਵੱਲੋਂ ਇਸ ਮਾਮਲੇ ਉੱਤੇ ਜਿਹੜਾ ਗੁਰਦੁਆਰਾ ਚੋਣ ਕਮਿਸ਼ਨਰ ਹੈ ਉਹਦੀ ਕਮਾਂਡ ਸੰਭਾਲੀ ਹੋਈ ਹੈ ਤੇ ਦਫ਼ਤਰ ਨੂੰ ਬੜੀ ਤੇਜ਼ੀ ਨਾਲ ਅੱਗੇ ਵੀ ਵਧਾਇਆ ਜਾ ਰਿਹਾ ਹੈ। ਪਰੰਤੂ ਸਿਆਸੀ ਲਿਹਾਜ਼ ਤੋਂ ਹਰਿਆਣੇ ਦੇ ਸਿੱਖਾਂ ਦਾ ਜਿਹੜਾ ਖਦਸ਼ਾ ਹੈ ਕਿ ਹਰਿਆਣੇ ਦੇ ਵਿੱਚ, ਕਿਉਂਕਿ ਇਸ ਵੇਲੇ ਜਿਹੜੀ ਹੈ ਸੱਤਾ ਧਿਰ ਭਾਰਤੀ ਜਨਤਾ ਪਾਰਟੀ ਹੈ ਤੇ ਭਾਰਤੀ ਜਨਤਾ ਪਾਰਟੀ ਨਹੀਂ ਚਾਹੇਗੀ ਕਿ ਚੋਣਾਂ ਤੋਂ ਪਹਿਲਾਂ, ਕਿਉਂਕਿ ਹਰਿਆਣੇ ਦੇ ਵਿੱਚ ਵੀ ਸਿੱਖਾਂ ਦੀ ਗਿਣਤੀ ਵੱਡਾ ਪ੍ਰਭਾਵ ਰੱਖਦੀ ਹੈ ਤੇ ਚੋਣਾਂ ਦੇ ਨਤੀਜੇ ਕਿਤੇ ਉਹਨਾਂ ਦੀ ਲੋਕ ਸਭਾ ਚੋਣ ਨੂੰ ਜਾਂ ਵਿਧਾਨ ਸਭਾ ਚੋਣ ਨੂੰ ਪ੍ਰਭਾਵਿਤ ਨਾ ਕਰਨ। ਜੀ ਡਾਕਟਰ ਸਾਹਿਬ। ਬਿਲਕੁਲ ਜੀ, ਇਹ ਤਾਂ ਧਿਆਨ ਸਿਆਸੀ ਧਿਰਾਂ ਆਪੋ ਆਪਣਾ ਜਿਹੜਾ ਹੈਗਾ ਫਾਇਦਾ ਤੇ ਨੁਕਸਾਨ ਨੂੰ ਬਿਲਕੁਲ ਧਿਆਨ 'ਚ ਰੱਖਦੀਆਂ ਨੇ। ਇਹਦੇ ਲਈ ਉਹ ਆਪਣੇ ਦਾਅ ਪੇਚ ਵੀ ਖੇਡਦੀਆਂ ਨੇ। ਹੁਣ ਜਿਹੜੀਆਂ ਕਿ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਨੇ, ਇਹ ਬੜੀਆਂ ਕੰਪਲੀਕੇਟਡ ਨੇ, ਕਿਉਂਕਿ ਪਿਛਲੇ ਸਮੇਂ ਦੇ ਦੌਰਾਨ ਜਿਹੜੀਆਂ ਘਟਨਾਵਾਂ ਜਿਸ ਤਰ੍ਹਾਂ ਦੀਆਂ ਵਾਪਰੀਆਂ ਨੇ ਉਹਦੇ ਤੋਂ ਕਈ ਕੁਛ ਸਾਹਮਣੇ ਆ ਰਿਹਾ ਹੈਗਾ। ਤੇ ਦੂਸਰਾ ਇਹ ਵੀ ਹੈ ਕਿ ਹਾਲਾਂਕਿ ਜਿਹੜਾ ਸਿੱਖ ਗੁਰਦੁਆਰਾ ਐਕਟ ਹੈਗਾ ਉਹਦੇ ਮੁਤਾਬਕ ਇਹ ਪਹਿਲਾਂ, ਕਿਉਂਕਿ SGPC ਦੇ ਹਿੱਸਾ ਸੀ, ਉਹਦੇ ਵਿੱਚ ਹੀ ਇਹ ਸ਼ਾਮਲ ਸੀ ਤੇ ਉਹਦੇ ਹਲਕੇ ਸੀਗੇ ਹਰਿਆਣਾ ਦੇ ਗੁਰਦੁਆਰਾ, ਤੇ ਉਹ ਵੀ ਕਾਨੂੰਨੀ ਹਲੇ ਦਾ ਪੇਚ ਦੇ ਵਿੱਚੋਂ ਕੀ ਲੱਗਦਾ ਹੈ ਜਿਹੜੀ ਸ਼ੰਕਾਵਾਂ ਨੇ ਵੀ ਸ਼ਾਇਦ ਉਹ ਵੀ ਖੜੀਆਂ ਨੇ ਤੇ ਉਹਦੇ ਬਾਰੇ ਵੀ ਕੋਈ ਨਾ ਕੋਈ ਕਾਨੂੰਨੀ ਪਰਚਾ ਖੜਾ ਹੋ ਸਕਦਾ ਹੈ। ਜੀ ਭਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਜਿਹੜਾ ਤੁਸੀਂ ਨੁਕਤਾ ਉਠਾਇਆ ਇਹ ਵੀ ਇੱਕ ਅਹਿਮ ਹੈ, ਵਾਜਬ ਵੀ ਹੈ ਕਿ ਕਿਉਂਕਿ ਹਰਿਆਣੇ ਦੇ ਵਿੱਚ SGPC ਹਾਲੇ ਕਾਰਜਸ਼ੀਲ ਹੈ, ਸਰਗਰਮ ਹੈ, ਉਹਨਾਂ ਦੇ ਹਲਕੇ ਬਕਾਇਦਾ ਪਹਿਲਾਂ ਵਾਂਗ ਹੀ ਨੇ ਤੇ ਹਰਿਆਣਾ ਖੇਤਰ ਉਹਨਾਂ ਦੇ ਕੋਲ ਹੈ ਉਸੇ ਤਰ੍ਹਾਂ ਜਿਸ ਤਰ੍ਹਾਂ ਪਹਿਲਾਂ ਸੀ। ਕਿਉਂਕਿ ਜਿਹੜਾ ਫੈਸਲਾ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੁਪਰੀਮ ਕੋਰਟ ਨੇ ਮਾਨਤਾ ਦਿੱਤੀ ਗਈ ਤਾਂ ਉਸ ਦੌਰਾਨ ਉਸ ਵੇਲੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਛੇੜਿਆ ਤੱਕ ਨਹੀਂ ਗਿਆ। ਬਿਲਕੁਲ ਡਾਕਟਰ ਸਾਹਿਬ, ਇਹ ਵੀ ਇੱਕ ਕਾਨੂੰਨੀ ਪੇਚੀਦਗੀ ਹੈ ਤੇ ਖੈਰ ਹੁਣ ਕਿਉਂਕਿ ਹਰਿਆਣੇ ਦੇ ਸਿੱਖਾਂ ਦੀ ਇੱਕ ਪੁਰਾਣੀ ਮੰਗ ਸੀਗਾ ਕਿ ਉਹਨਾਂ ਦੇ ਸਟੇਟ ਦੇ ਵਿੱਚ ਵੱਖਰੀ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੇ, ਕਿਉਂਕਿ ਹਰਿਆਣੇ ਦੇ ਸਿੱਖਾਂ ਦੀ ਇੱਕ ਵੱਡੀ ਇੱਛਾ ਲੰਮੇ ਸਮੇਂ ਤੋਂ ਸੀ ਕਿ ਉਹਨਾਂ ਲਈ ਕਈ ਸਿੱਖੀ ਦੇ ਲਿਹਾਜ਼ ਤੋਂ ਪੰਥਕ ਪੱਧਰ ਤੋਂ ਕੋਈ ਅਜਿਹਾ ਪਲੇਟਫਾਰਮ ਮਿਲ ਸਕੇ ਜਿਸ ਦੇ ਜ਼ਰੀਏ ਉਹ ਲਾਮਬੰਦ ਹੋਣ, ਇਕੱਤਰ ਹੋਣ ਤੇ ਕੋਈ ਅਗਲਾ ਫੈਸਲਾ ਆਪਣੇ ਪੱਧਰ ਉੱਤੇ, ਪੰਜਾਬੀਅਤ ਦੇ ਪੱਧਰ ਉੱਤੇ ਲੈ ਸਕਣ। ਅਜਿਹੇ ਦੇ ਵਿੱਚ ਉਹਨਾਂ ਵੱਲੋਂ ਇਹ ਮੰਗ ਪਹਿਲਾਂ ਪੁੰਗਰੀ ਕਿ ਹਰਿਆਣੇ ਦੇ ਵਿੱਚ ਵੱਖਰੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਦੇ ਵਿੱਚ ਆਏ। ਉਸ ਮਗਰੋਂ ਭਾਵੇਂ ਲੰਮਾ ਇਸ ਮਾਮਲੇ ਦੇ ਵਿੱਚ ਪ੍ਰਕਿਰਿਆਵਾਂ ਦਾ ਦੌਰ ਚੱਲਿਆ ਤੇ ਅਖੀਰ ਨੂੰ ਇਸ ਹੁਣ ਕਿਉਂਕਿ ਇਸ ਵੇਲੇ ਅਡਾਕ ਕਮੇਟੀ ਹਰਿਆਣਾ ਸਰਕਾਰ ਵੱਲੋਂ ਨਿਯੁਕਤ ਕੀਤੀ ਜਾਂਦੀ ਹੈ, ਬਣਾਈ ਜਾਂਦੀ ਹੈ, ਉਹ ਕਾਰਜਸ਼ੀਲ ਭਾਵੇਂ ਹੈ ਪਰੰਤੂ ਪੱਕੇ ਤੌਰ ਤੇ ਜਿਹੜੀ ਆਮ ਚੋਣ ਹੈ ਉਹ ਹਾਲੇ ਨਹੀਂ ਹੋ ਸਕੀ। ਕਈ ਸਾਲ ਗੁਜ਼ਰ ਗਏ ਨੇ ਹੁਣ, ਕਿਉਂਕਿ ਹੁਣ ਇੱਕ ਉਮੀਦ ਜ਼ਰੂਰ ਬੱਝੀ ਸੀ ਪਰੰਤੂ ਉਹਦੇ ਵਿੱਚ ਜੇਕਰ ਆਪਾਂ ਹਰਿਆਣੇ ਦੇ ਸਿੱਖਾਂ ਵੱਲੋਂ ਸ਼ੰਕਾ ਲਈਏ ਤਾਂ ਉਹਨਾਂ ਨੂੰ ਇੱਕ ਸਿਆਸੀ ਲਿਹਾਜ਼ ਦਾ ਵੱਡਾ ਸ਼ੰਕਾ ਜ਼ਰੂਰ ਇਸ ਗੱਲ ਨੂੰ ਉਹਨਾਂ ਨੂੰ ਭੈਭੀਤ ਕਰਦਾ ਹੈ ਕਿ ਜਿਹੜੀਆਂ ਚੋਣਾਂ ਨੇ ਹਰਿਆਣਾ ਸਰਕਾਰ ਲੇਟ ਕਰ ਸਕਦੀ ਹੈ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਇਹੋ ਹੀ ਹੈ ਨਾ, ਜਿਸ ਤਰ੍ਹਾਂ ਕਿ ਅਡਹਾਕ ਕਮੇਟੀ ਉੱਥੇ ਕੰਮ ਕਰ ਰਹੀ ਹੈ ਪਰੰਤੂ ਉਹ ਵੀ ਸਰਕਾਰ ਦੇ ਕੀਤਿਆਂ ਦੇ ਅਨੁਸਾਰ ਨਹੀਂ ਚੱਲ ਰਹੀ। ਕਈ ਵਾਰ ਉਹਨਾਂ ਨੂੰ ਅਦਲਾ ਬਦਲੀ ਕਰਨੀ ਪੈ ਰਹੀ ਹੈ। ਉਹਨਾਂ ਦੇ ਵਿੱਚ ਆਪਸੀ ਕੰਟਰਾਡਿਕਸ਼ਨ, ਜਿਸ ਤਰ੍ਹਾਂ ਕਿ ਪਿਛਲੇ ਸਮੇਂ ਕਿੰਨੀ ਇਹਨਾਂ ਦੀ ਹਫੜਾ ਦਫੜੀ ਸਾਹਮਣੇ ਆਈ ਸੀ, ਆਪਸੀ ਰੰਜਿਸ਼ਾਂ ਵੀ ਸਾਹਮਣੇ ਆਈਆਂ ਨੇ ਤੇ ਉਹਦੇ ਵਿੱਚ ਸਰਕਾਰ ਨੂੰ ਫੈਸਲੇ ਵੀ ਲੈਣੇ ਪਏ ਨੇ। ਹੁਣ ਸਰਕਾਰ ਸ਼ਾਇਦ ਇਸ ਕਰਕੇ ਵੀ ਦੁਵਿਧਾ ਦੇ ਵਿੱਚ ਹੋਵੇ ਬਈ ਕਿਤੇ ਇਸ ਤਰ੍ਹਾਂ ਕਰਨ ਨਾਲ ਸਾਡੇ ਹੱਥੋਂ ਇਹ ਜਾਵੇ ਤਾਕਤ ਵੀ ਤੇ ਸਾਡੇ ਲਈ ਪ੍ਰੋਬਲਮ ਖੜੀ ਹੋ ਜਾਵੇ। ਇਸ ਕਰਕੇ ਸਰਕਾਰ ਸ਼ਾਇਦ ਇਸ ਨੂੰ ਲਮਕ ਅਵਸਥਾ ਦੇ ਵਿੱਚ ਰੱਖੇ ਤੇ ਅਗਲੀਆਂ ਚੋਣਾਂ ਤੋਂ ਬਾਅਦ ਹੀ ਇਹਦੇ ਬਾਰੇ ਕੋਈ ਵੱਡਾ ਫੈਸਲਾ ਲਵੇ। ਜੀ ਭਿੰਡਰ ਸਾਹਿਬ। ਗੁਰਦੁਆਰਾ ਚੋਣ ਕਮਿਸ਼ਨਰ ਦਫ਼ਤਰ ਦੇ ਸੂਤਰਾਂ ਮੁਤਾਬਕ ਹਜੇ ਜਿਹੜੀਆਂ ਸਿੱਖਾਂ ਦੀਆਂ ਵੋਟਾਂ ਨੇ ਹਰਿਆਣੇ ਦੇ ਵਿੱਚ ਜਿਹੜੇ ਮਾਪਦੰਡ ਅਪਣਾਏ ਜਾਂਦੇ ਨੇ, 18 ਸਾਲ ਦੀ ਉਮਰ ਰੱਖੀ ਗਈ ਹੈ ਤੇ ਨਾਲ ਜਿਹੜਾ ਹੈ ਕਈ ਹੋਰ ਸ਼ਰਤਾਂ ਵੀ ਨੇ, ਤਾਂ 70% ਸਿੱਖਾਂ ਦੀਆਂ ਵੋਟਾਂ ਹਾਲੇ ਹਰਿਆਣੇ ਦੇ ਵਿੱਚ ਬਣ ਸਕੀਆਂ ਨੇ। 30% ਵੋਟਾਂ ਹਾਲੇ ਬਕਾਇਆ ਖੜੀਆਂ ਨੇ। ਅਜਿਹੀ ਤਰ੍ਹਾਂ ਦਾ ਮਾਮਲਾ ਹਰਿਆਣੇ ਦੇ ਸਿੱਖ ਆਗੂ ਦਦਾਰ ਸਿੰਘ ਨਲਵੀ ਹੋਰਾਂ ਨੇ ਵੀ ਸਾਹਮਣੇ ਲਿਆਂਦਾ ਹੈ। ਉਹਨਾਂ ਨੇ ਦੱਸਿਆ ਕਿ ਹਫ਼ਤਾ ਪਹਿਲਾਂ ਉਹ ਇੱਕ ਵਫਦ ਨੂੰ ਲੈ ਕੇ ਪੰਚਕੂਲਾ ਦੇ ਵਿੱਚ ਗੁਰਦੁਆਰਾ ਚੋਣ ਕਮਿਸ਼ਨਰ ਜਿਹੜਾ ਹਰਿਆਣੇ ਦਾ
ਪੰਚਕੂਲਾ ਦੇ ਵਿੱਚ ਸਰਗਰਮ ਹੈ। ਉੱਥੇ ਉਹ ਮਿਲੇ ਡਾਕਟਰ HS ਭੱਲਾ ਨੂੰ, ਚੋਣ ਦਫ਼ਤਰ ਨੂੰ, ਕਿ ਹਰਿਆਣੇ ਦੇ ਸਿੱਖ ਹਾਲੇ ਕਾਫੀ ਰਹਿੰਦੇ ਨੇ ਤਾਂ ਤਰੀਕ ਦੇ ਵਿੱਚ ਵਾਧਾ ਕੀਤਾ ਜਾਵੇ। ਉਹਨਾਂ ਦਾ ਕਹਿਣਾ ਹੈ ਕਿ ਭਾਵੇਂ ਤਰੀਕ ਦੇ ਵਿੱਚ 15 ਦਿਨ ਦਾ ਗੁਰਦੁਆਰਾ ਚੋਣ ਕਮਿਸ਼ਨਰ ਦਫ਼ਤਰ ਵੱਲੋਂ ਵਾਧਾ ਕਰ ਦਿੱਤਾ ਗਿਆ, ਪਰੰਤੂ ਸਿਆਸੀ ਲਿਹਾਜ਼ ਤੋਂ ਉਹਨਾਂ ਨੂੰ ਸ਼ੱਕ ਫਿਰ ਉਹੀ ਹੈ ਕਿ ਸਰਕਾਰ ਹਾਲੇ ਨਹੀਂ ਚਾਹੇਗੀ। ਸਰਕਾਰ ਲੋਕ ਸਭਾ ਤੇ ਵਿਧਾਨ ਸਭਾ ਚੋਣਾਂ ਤੋਂ ਬਾਅਦ ਹੀ ਇਸ ਰੁਖ ਵੱਲ ਹੋਏਗੀ। ਉਂਝ ਉਹਨਾਂ ਨਾਲ ਇੱਕ ਗੱਲ ਹੋਰ ਵੀ ਬੜੀ ਵਾਜਬ ਦੱਸੀ ਹੈ, ਇਸ ਵੇਲੇ ਜਿਹੜੀ ਹੈ ਕੇਂਦਰ ਸਰਕਾਰ ਇਹਦੇ ਉੱਤੇ ਵੱਡੀ ਸਰਗਰਮੀ ਦੇ ਨਾਲ ਜੁਟੀ ਹੋਈ ਹੈ। ਬਕਾਇਦਾ ਕਮਿਸ਼ਨ ਇਸ ਉੱਤੇ ਇੱਕ ਕਾਇਮ ਕਰ ਦਿੱਤਾ ਗਿਆ ਤੇ ਕਾਨੂੰਨ ਕਮਿਸ਼ਨ ਵੀ ਇਹਦੇ ਉੱਤੇ ਕੰਮ ਕਰ ਰਿਹਾ। ਦਦਾਰ ਸਿੰਘ ਨਲਵੀ ਦਾ ਕਹਿਣਾ ਹੈ ਕਿ ਹਰਿਆਣੇ ਦੇ ਸਿੱਖ ਇਹ ਮੰਗ ਹੁਣ ਕਰਨਗੇ ਕਿ ਇੱਕ ਦੇਸ਼ ਇੱਕ ਚੋਣ, ਮਤਲਬ ਕਿ ਇੱਕ ਰਾਜ ਇੱਕ ਚੋਣ। ਸਾਰੀਆਂ ਚੋਣਾਂ ਹਰਿਆਣੇ ਦੇ ਵਿੱਚ ਜਿਵੇਂ ਕਿ ਮੈਂਬਰ ਪਾਰਲੀਮੈਂਟ, ਵਿਧਾਨ ਸਭਾ ਦੀਆਂ ਤੇ ਗੁਰਦੁਆਰਾ ਚੋਣਾਂ, ਇਹ ਤਿੰਨੇ ਇਕੱਠੀਆਂ ਕਰਵਾ ਦਿੱਤੀਆਂ ਜਾਣ। ਉਹ ਉਹਨਾਂ ਮੁਤਾਬਕ ਕਿ ਅਗਲੇ ਸਮੇਂ ਹਰਿਆਣੇ ਦੇ ਸਿੱਖ ਬਕਾਇਦਾ ਇਸ ਮਾਮਲੇ ਦੇ ਉੱਤੇ ਹਰਿਆਣਾ ਸਰਕਾਰ ਕੋਲ ਅਜਿਹੀ ਮੰਗ ਰੱਖਣਗੇ। ਉਹਨਾਂ ਦਾ ਸਿੱਧਾ ਇਹ ਸ਼ੰਕਾ ਜ਼ਰੂਰ ਹੈ ਕਿ ਹਰਿਆਣਾ ਸਰਕਾਰ ਹਾਲੇ ਚੋਣਾਂ ਨੂੰ ਟਾਲਣ ਦੇ ਰੌਂਅ ਵਿੱਚ ਹੋਏਗੀ, ਪਰੰਤੂ ਹਰਿਆਣੇ ਦੇ ਸਿੱਖਾਂ ਦੇ ਵਿੱਚ ਇੱਕ ਲੜਾਈ ਵਿੱਢਣ ਦੀ ਵੀ ਤਿਆਰੀ ਹੈ ਕਿ ਇਹ ਜਿਹੜੀਆਂ ਚੋਣਾਂ ਨੇ ਹੋਰ ਅੱਗੇ ਨਾ ਵਧਣ। ਜੀ ਡਾਕਟਰ ਸਾਹਿਬ। ਭਿੰਡਰ ਸਾਹਿਬ, ਇਹ ਗੱਲ ਬਿਲਕੁਲ ਠੀਕ ਹੈ, ਕਿਉਂਕਿ ਜਿਹੋ ਜਿਹੀਆਂ ਪਰਿਸਥਿਤੀਆਂ ਕੌਮੀ ਤੇ ਕੌਮਾਂਤਰੀ ਪੱਧਰ ਦੇ ਉੱਪਰ ਖਾਸ ਤੌਰ ਤੇ ਸਿੱਖਾਂ ਦੇ ਸੰਦਰਭ ਦੇ ਵਿੱਚ ਆ ਰਹੀਆਂ ਨੇਗੀਆਂ, ਇਹਨਾਂ ਹਾਲਾਤਾਂ ਦੇ ਵਿੱਚ ਜਦੋਂ ਕਿ ਸਰਕਾਰ ਮਤਲਬ ਸਰਕਾਰ ਦੇ ਪਿਛਲਾ ਪੀਰੀਅਡ ਹੈ ਸਟੇਟ ਗਵਰਨਮੈਂਟ ਦਾ, ਕਿਉਂਕਿ ਉਹਦੀਆਂ ਵੀ ਚੋਣਾਂ ਬਾਅਦ ਚ ਆਉਂਦੀਆਂ ਨੇ, ਇਸ ਵੇਲੇ ਤੱਕ ਸਰਕਾਰ ਦਾ ਜਿਹੜਾ ਜਲਵਾ ਉਹ ਵੀ ਘਟਣ ਲੱਗ ਜਾਂਦਾ ਹੈ, ਪਰ ਉਹਨਾਂ ਦਾ ਗ੍ਰਿਪ ਵੀ ਪਾਵਰ ਦੇ ਉੱਪਰ ਘਟ ਜਾਂਦਾ ਤੇ ਸਰਕਾਰ ਕੇਂਦਰ ਸਰਕਾਰ ਦੀਆਂ ਚੋਣਾਂ ਵੀ ਪਾਰਲੀਮੈਂਟ ਦੀਆਂ ਵੀ ਹੋਣੀਆਂ ਨੇ। ਇਸ ਕਰਕੇ ਸਰਕਾਰ ਇਹ ਵੀ ਚਾਹੇਗੀ ਕਿ ਕਈ ਵਾਰ ਇਸ ਤਰ੍ਹਾਂ ਦੀਆਂ ਚੋਣਾਂ ਕਰਵਾ ਕੇ ਉਹਨਾਂ ਨੂੰ ਕੋਈ ਪੱਕਾ ਨਹੀਂ ਨਾ ਵੀ ਇਸ ਤਰ੍ਹਾਂ ਦੇ ਵੀ ਸਰਟਨ ਵੀ ਸਾਰੀਆਂ ਵੋਟਾਂ ਉਹਨਾਂ ਦੇ ਪੱਖੀਓ ਹੋਣਗੀਆਂ। ਕਈ ਵਾਰੀ ਇਹ ਵੀ ਹੁੰਦਾ ਜੇ ਇਸ ਤਰ੍ਹਾਂ ਦੀ ਗੇਮ ਖੇਡੀ ਜਾਂਦੀ ਹੈ ਤੇ ਉਹਨਾਂ ਦੇ ਉਲਟ ਪੈ ਜਾਣ ਤਾਂ ਉਹਦਾ ਅਸਰ ਸਰਕਾਰ ਨੂੰ ਅਗਲੀਆਂ ਚੋਣਾਂ ਦੇ ਵਿੱਚ ਵੀ ਭੁਗਤਣਾ ਪੈ ਸਕਦਾ। ਇਸ ਕਰਕੇ ਸਰਕਾਰ ਰਿਸਕ ਲੈਣ ਤੋਂ ਥੋੜਾ ਟਲੇਗੀ ਵੀ। ਇਹ ਬਿਲਕੁਲ ਠੀਕ ਹੈ ਵੀ ਹਰਿਆਣੇ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਤੇ ਕੇਂਦਰ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ, ਇਹ ਤਾਂ ਹੈ ਬਿਲਕੁਲ ਠੀਕ ਹੈ, ਇਹਨਾਂ ਦਾ ਪੋਜ਼ਿਟਿਵ ਪੱਖ ਹੈ। ਪਰੰਤੂ ਕਿਉਂਕਿ ਜਾਣਦਾ ਹੁਣ ਸਰਕਾਰ ਪਿਛਲੇ ਸਮੇਂ ਦੇ ਦੌਰਾਨ ਹੈਗੀ, ਬਹੁਤ ਥੋੜਾ ਸਮਾਂ ਇਹਨਾਂ ਦਾ ਪਾਵਰ ਦੇ ਵਿੱਚ ਹੈ ਤੇ ਗ੍ਰਿਪ ਘਟਦਾ ਲੱਗਦਾ, ਇਸ ਕਰਕੇ ਇਹ ਸਰਕਾਰ ਇਸ ਤਰ੍ਹਾਂ ਦਾ ਰਿਸਕ ਵੀ ਇਹਨਾਂ ਪਰਿਸਥਿਤੀਆਂ ਦੇ ਵਿੱਚ ਲੈਣ ਦੇ ਲਈ ਬੜਾ ਸੋਚ ਸਮਝ ਕੇ ਲਏਗੀ। ਇਹਦੇ ਲਈ ਜ਼ਰੂਰੀ ਹੈ ਵੀ ਉਹ ਸੋਚੇ ਵੀ ਥੋੜਾ ਇਹਨੂੰ ਹੋਰ ਲਮਕਾ ਦਈਏ। ਬਿਲਕੁਲ ਇਹ ਸਹੀ ਜਾਪਦਾ ਹੈ। ਡਾਕਟਰ ਸਾਹਿਬ, ਉੱਦਾਂ ਹਰਿਆਣੇ ਦੇ ਸਿੱਖਾਂ ਨੂੰ ਇਸ ਗੱਲ ਦੀ ਜ਼ਰੂਰ ਤੀਬਰਤਾ ਹੈ, ਇੱਕ ਉਡੀਕ ਹੈ ਕਿ ਜਦੋਂ ਜਿਹੜੀਆਂ ਪੂਰਨ ਵੋਟਾਂ ਬਣ ਜਾਣਗੀਆਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਲਈ 15 ਤੋਂ ਬਾਅਦ ਕੋਈ ਪ੍ਰਕਾਸ਼ਨਾਮਾ ਸੂਚੀ ਛਪੇਗੀ ਤਾਂ ਹਰਿਆਣਾ ਦੇ ਵਿੱਚ ਸਿੱਖਾਂ ਦੀ ਕੀ ਗਿਣਤੀ ਹੈ ਹੁਣ ਤੱਕ ਅੰਦਾਜ਼ਾ ਸੀ, ਉਹਦੇ ਤੇ ਕੋਈ ਪੁਖਤਾ ਸਬੂਤ ਜ਼ਰੂਰ ਸਾਹਮਣੇ ਆ ਜਾਏਗਾ, ਕਿਉਂਕਿ ਹੁਣ ਤੱਕ ਹਰਿਆਣੇ ਦੇ ਸਿੱਖ ਆਪਣੀ ਗਿਣਤੀ ਨੂੰ ਅੰਦਾਜ਼ੇ ਨਾਲ ਹੀ ਦੱਸਦੇ ਹੈ। ਪੱਕੇ ਤੌਰ ਤੇ ਹਰਿਆਣਾ ਸਰਕਾਰ ਵੱਲੋਂ ਹਾਲੇ ਤਾਈਂ ਕੋਈ ਇਸ ਤਰ੍ਹਾਂ ਦਾ ਪੈਰਾਮੀਟਰ ਸੂਚੀ ਨਹੀਂ ਸਾਹਮਣੇ ਲਿਆਂਦੀ ਗਈ ਕਿ ਕਿੰਨੇ ਸਿੱਖ ਨੇ ਹਰਿਆਣੇ ਦੇ ਵਿੱਚ। ਤੇ ਹੁਣ ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਵੋਟਰ ਸੂਚੀ ਸਾਹਮਣੇ ਆਏਗੀ ਤਾਂ ਇੱਕ ਜਿਹੜਾ ਅੰਦਾਜ਼ਾ ਹੈ ਵੱਡੇ ਪੱਧਰ ਉੱਤੇ, ਕਿਉਂਕਿ 18 ਸਾਲ ਤੱਕ ਜਿਹੜੇ ਵੋਟਰ ਇਸ ਉਮਰ ਰੱਖੀ ਗਈ ਹੈ ਤਾਂ ਵੱਡੀ ਗਿਣਤੀ ਜਿਹੜੇ ਸਿੱਖ ਨੇ ਉਹ ਇਸ ਗਿਣਤੀ ਦੇ ਵਿੱਚ ਆਉਣਗੇ। ਇੱਕ ਜਿਹੜਾ ਵੱਡਾ ਮੋਟਾ ਇੱਕ ਪੁਖਤਾ ਸਬੂਤ ਜ਼ਰੂਰ ਸਾਹਮਣੇ ਆਏਗਾ। ਜੀ ਡਾਕਟਰ ਸਾਹਿਬ। ਬਿਲਕੁਲ ਭਿੰਡਰ ਸਾਹਿਬ, ਇਹੀ ਚੀਜ਼ ਜਿਹੜੀ ਹੈ ਕਿ ਜਿਸ ਤਰ੍ਹਾਂ ਕਿ ਸ਼ੰਕਾ ਉਪਜਾ ਰਹੀ ਹੈ ਵੀ ਇਹ ਵੋਟਾਂ ਅੱਗੇ ਜਾਣਗੀਆਂ, ਕਿਉਂਕਿ ਸਿੱਖਾਂ ਦੀ ਜਦੋਂ ਵੋਟਰ ਗਿਣਤੀ ਇਹਨਾਂ ਦੀ ਸਾਹਮਣੇ ਆਏਗੀ ਤੇ ਇਹਨਾਂ ਦਾ ਪਤਾ ਲੱਗੇਗਾ ਵੀ ਸਟੇਟ ਦੇ ਵਿੱਚ ਕਿੰਨੀਆਂ ਵੋਟਾਂ ਨੇ ਤੇ ਕਿਸ ਤਰ੍ਹਾਂ ਦੀ ਪੋਲਰਾਈਜੇਸ਼ਨ ਹੋਣ ਦੀ ਸੰਭਾਵਨਾਵਾਂ ਹੈ ਕਿ ਨਹੀਂ ਹੈ, ਕਿਸ ਤਰ੍ਹਾਂ। ਇਹਦੇ ਲਈ ਸਰਕਾਰ ਸੋਚੇਗੀ ਵੀ ਇਹ ਸਾਰੀਆਂ ਵੋਟਾਂ ਸਾਡੇ ਵੱਲ ਆਉਣਗੀਆਂ ਕਿ ਜਾਂ ਦੂਸਰੇ ਪਾਸੇ ਵੀ ਜਾ ਸਕਦੀਆਂ ਨੇ। ਫਿਰ ਉਹ ਹਲਕਾ ਵਾਈਜ਼ ਵੀ ਇਹਦਾ ਐਨਾਲਿਸਿਸ ਕਰਨਗੇ, ਘੱਟੋ ਘੱਟ ਵੀ ਕਿਹੜੇ ਹਲਕੇ 'ਚ ਕਿੰਨੀ ਵੋਟ ਆ, ਕਿਹੜੇ ਹਲਕੇ 'ਚ ਕਿੰਨੀ ਵੋਟ ਆ, ਕਿੱਥੇ ਆ। ਇਹਦੇ ਲਈ ਪੂਰਾ ਵਿਸ਼ਲੇਸ਼ਣ ਕਰਨ ਤੋਂ ਬਾਅਦ ਹੀ ਸਰਕਾਰ ਪੂਰੀ ਤਰ੍ਹਾਂ ਇਸ ਤਰ੍ਹਾਂ ਦਾ ਜੇ ਮਤਲਬ ਜੋਖਮ ਉਠਾਏਗੀ ਤਾਂ ਉਹ ਪੂਰੀ ਪੱਕੇ ਤੌਰ ਦੇ ਉੱਪਰ ਉਹ ਕਾਰਜ ਕਰੇਗੀ। ਅਦਰਵਾਈਜ਼ ਇਹਦੇ ਲਈ ਥੋੜਾ ਆਪਣਾ ਜਿਹੜੀ ਟੈਕਟਿਕਸ ਹੋਏਗੀ ਤਾਂ ਇਹਨੂੰ ਟਾਲਣ ਦੀ ਵੀ ਬਿਲਕੁਲ ਸੰਭਾਵਨਾਵਾਂ ਲੱਗਦੀਆਂ ਨੇ। ਭਿੰਡਰ ਸਾਹਿਬ। ਬਿਲਕੁਲ ਡਾਕਟਰ ਸਾਹਿਬ, ਆਪਾਂ ਅਗਲੇ ਮਸਲੇ ਵੱਲ ਆਈਏ। ਰਿਜ਼ਰਵ ਬੈਂਕ ਆਫ ਇੰਡੀਆ ਨੇ 2000 ਰੁਪਏ ਦਾ ਨੋਟ ਜਿਹੜਾ ਬਦਲਣ ਲਈ ਸਮਾਂ ਉਹ ਵੀ 30 ਸਤੰਬਰ ਹੀ ਦਿੱਤਾ ਸੀ।
ਜਦੋਂ ਕਿ ਹੁਣ 30 ਸਤੰਬਰ ਗੁਜ਼ਰ ਗਿਆ, ਪਰੰਤੂ ਨਾਲ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹਦੀ ਤਰੀਕ ਦੇ ਵਿੱਚ 8 ਅਕਤੂਬਰ ਤੱਕ ਵਾਧਾ ਕਰ ਦਿੱਤਾ ਗਿਆ। ਮਤਲਬ ਕਿ 2000 ਦੇ ਜਿਹੜੇ ਨੋਟ ਨੇ ਹੁਣ 8 ਅਕਤੂਬਰ ਤੋਂ ਬਾਅਦ ਉਹ ਸਵੀਕਾਰੇ ਨਹੀਂ ਜਾਣਗੇ। ਡਾਕਟਰ ਸਾਹਿਬ, ਇਹ ਕਰੰਸੀ ਬਦਲਣ ਦਾ ਮਾਮਲਾ ਹੈ, ਥੋੜਾ ਜਿਹਾ ਇਹਨੂੰ ਵੀ ਖੋਲ ਦਿਓ। ਪਿੰਡਰ ਸਾਹਿਬ, ਕਿਉਂਕਿ ਇਲੈਕਸ਼ਨ ਆ ਰਹੀ ਹੈ, ਚੋਣ ਆ ਰਹੀ ਹੈ, ਜਿਹੜੇ 2000 ਦੇ ਨੋਟ ਨੇ ਵੱਡੇ ਨੋਟ ਨੇਗੇ ਇਹਦੇ ਲਈ, ਕਿਉਂਕਿ ਪਿਛਲੀ ਜਦੋਂ ਨੋਟਬੰਦੀ ਹੋਈ ਸੀ ਉਸ ਵੇਲੇ ਵੀ ਬਹੁਤ ਵੱਡਾ ਰਾਜਸੀ ਤੌਰ ਤੇ ਵੱਡੀਆਂ ਕੁਝ ਪਾਰਟੀਆਂ ਨੂੰ ਨੁਕਸਾਨ ਵੀ ਹੋਇਆ ਸੀ ਅਤੇ ਲੋਕਾਂ ਨੂੰ ਵੀ ਪਰੇਸ਼ਾਨੀਆਂ ਹੋਈਆਂ ਸੀ। ਪਰੰਤੂ ਇਸ ਵਾਰ ਥੋੜਾ ਇਹ ਢੰਗੇ ਇਹ ਅਪਣਾਇਆ ਗਿਆ ਬਈ ਲੋਕਾਂ ਨੂੰ ਇਸ ਤਰ੍ਹਾਂ ਦੀ ਹਾਲਤ ਤੱਕ ਤਾਂ ਪਰੇਸ਼ਾਨੀ ਨਹੀਂ ਆਈ, ਪਰੰਤੂ ਨੋਟ ਕਢਾਉਣ ਦਾ ਜਿਹੜਾ ਤਰੀਕਾ ਹੈ 2000 ਦੀ ਜਿਹੜੀ ਵੱਡੀ ਕਰੰਸੀ ਹੈ ਇਹਦੇ ਲਈ ਇਹ ਆਉਣ ਵਾਲੀਆਂ ਚੋਣਾਂ ਦੇ ਉੱਪਰ ਵੀ ਅਸਰ ਅੰਦਾਜ਼ ਹੋਵੇਗੀ। ਸਰਕਾਰ ਦੀ ਜਿਹੜੀ ਨੀਤੀ ਹੈ, ਬੇਸ਼ੱਕ ਇਹ ਕਾਲਾ ਧਨ ਕਢਾਉਣ ਦੇ ਲਈ ਹੈ ਜਾਂ ਹੋਰ ਤਰ੍ਹਾਂ ਦੇ ਮਤਲਬ ਜਾਲੀ ਕਰੰਸੀ ਦੇ ਜਾਂ ਨੋਟਾਂ ਦੀ ਨੋਟਬੰਦੀ ਨੂੰ ਦੇਖਣ ਦਾ ਜਿਹੜਾ ਮਸ਼ਵਰਾ ਹੈ ਇਹਦੇ ਤਰਕ ਨੇ, ਪਰੰਤੂ ਇਹ ਆਉਣ ਵਾਲੇ ਸਮੇਂ ਦੇ ਵਿੱਚ ਰਾਜਸੀ ਪਾਰਟੀਆਂ ਦੇ ਉੱਪਰ ਵੀ ਅਸਰ ਪਾਵੇਗੀ। ਜੀ ਪਿੰਡਰ ਸਾਹਿਬ। ਬਿਲਕੁਲ ਜੀ, ਬਿਲਕੁਲ। ਸਾਡੇ ਨਾਲ ਜੁੜੇ ਸਨ ਉੱਘੇ ਚਿੰਤਕ ਤੇ ਸਿਆਸੀ ਮਾਹਰ ਡਾਕਟਰ ਭਗਵੰਤ ਸਿੰਘ ਜੀ, ਜਿਨ੍ਹਾਂ ਨੇ ਵੱਖ-ਵੱਖ ਵਿਚਾਰਾਂ ਉੱਤੇ ਵੱਡਮੁੱਲੇ ਵਿਚਾਰ ਪ੍ਰਗਟਾਏ, ਸਾਂਝ ਪਾਈ। ਅਜਿਹੇ ਦੇ ਵਿੱਚ ਚੈਨਲ ਈ ਮਿਸ਼ਨ ਪੰਜਾਬੀ ਵੱਲੋਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਧੰਨਵਾਦ। ਸ਼ੁਕਰੀਆ ਜੀ। ਈ ਮਿਸ਼ਨ ਪੰਜਾਬੀ।